अकाल पुरख की रक्षा हमने सर्वलोदी रक्षा हमने सर्वकाल जी दी रक्षा हमने सर्वलो जी दी सदा रचया हमने। चरणारविंद भजनं रिद्धियं नाम धारणी कीर्तनं साध संगेण नानक नह दृष्टांत जमदूतन है। मस्कं भगनंत शैलं कर्दमं तरंत पपील कहें सागरं लंघंत पिंगं तम प्रगास अंध कहें साध संगेण सिमरंत गोविंद साध संगेण सिमरंत गोविंद शरण नानक हर हर श्री माया जगतारणी श्री माया जगतारणी श्री माया जगतारणी श्री माया जगतारणी राखो लाज निधान राखो लाज निधान श्री माया जगतारणी श्री माया जगतारणी राखो लाज राखो लाज निधान श्री माया जगतारणी श्री माया जगतारणी। सत सत अनपौ सदा 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 अनपौ सदा सत
पौ सदा सत सत अनपौ सदा कह लग करो बखान कह लग करो बखान श्री माया जगतारणी श्री माया जगतारणी सानी पग मर सारे मापानी सारे नि सारे नि सगा मर सारे नि सा रे जानी पानी पामानी नि पमग मर सा श्री माया जगतारणी श्री माया जगतारणी राखो लाज निदान राखो लाज निदान राखो लाज निदान श्री माया जगतारणी श्री माया जगतारणी राखो लाज राखो लाज निदान श्री माया जगतारणी श्री माया जगतारणी आद पवानी ईश्वरी आद पवानी ईश्वरी आद पवानी ईश्वरी माया जाको माया जाको नाम इन बिन सर न एक चिन्ह इन बिन सर न एक इन बिन सर न एक छिन्न पूरन होत न काम पूरन होत न काम पूरन होत न काम श्री माया जगतारणी श्री माया जगतारणी राखो लाज निधान राखो लाज निधान श्री माया जगतारणी श्री माया
नरक निवारण जगत गुरु नरक निवारण जगत गुरु मोहन सकल संसार मोहन सकल संसार रिजक देन सब जगत को रिजक देन सब जगत को रिजक देन सब जगत को जस पूर्ण पंडार जस पूर्ण पंडार जस पूर्ण पंडार श्री माया जगतारणी श्री माया जगतारणी राखो लाज निधान राखो लाज निधान श्री माया जगतारणी श्री माया जगतारणी लक्ष्मी को बप तार हर लक्ष्मी को बप तार हर माया कर परगास माया कर परगास हरण परण सब जगत की हरण परण सब जगत की हरण परण सब जगत की संतन की सुख रास संतन की सुख रास संतन की सुख रास श्री माया जगतारणी श्री माया जगतारणी राखो लाज निधान राखो लाज निधान श्री माया जगतारणी श्री माया जगतारणी श्री माया जग श्री माया जगतारणी श्री माया जगतारणी राखो लाज निधान पंजाबी कि इंग्लिश विच श्री माया ਉਹੀ ਹੁੰਦੇ ਆ ਜਿਹੜੇ ਨਿਰਗੁਣ ਸਰੂਪ ਨੇ ਆਪਣਾ ਸਰਗੁਣ ਸਰੂਪ ਬਣਾਇਆ ਗਿਆ ਉਸ ਸ਼ਕਤੀ ਦਾ ਨਾਮ ਹੈ ਮਾਇਆ ਸ੍ਰੀ ਮਾਇਆ ਤੇ ਉਸ ਸ਼ਕਤੀ ਤੋਂ ਸਾਰੇ ਗੁਣਾ ਤੇ ਸਾਰਾ ਸੰਸਾਰ ਪ੍ਰਗਟ ਹੋਇਆ ਤੇ ਉਸ ਦੀ ਬਖਸ਼ਿਸ਼ ਨਾਲ
ਸਾਨੂੰ ਰੱਖਿਆ ਜਾਂਦਾ ਹੈ। ਸੋ ਅੱਜ ਸਰਬਲੋ ਬੰਗਾ ਨੰਗਲੀ ਵਿਖੇ ਇੱਥੋਂ ਦੇ ਕਾਬਲ ਵਿਦਿਆਰਥੀ ਜਿਨ੍ਹਾਂ ਨੇ ਦਸਮ ਗੁਰੂ ਗ੍ਰੰਥ ਸਾਹਿਬ ਜੀ ਦਾ ਬੋਧ ਵੀ ਪ੍ਰਾਪਤ ਕੀਤਾ ਹੈ ਅਤੇ ਸਰਬਲੋ ਪ੍ਰਕਾਸ਼ ਗ੍ਰੰਥ ਦੀ ਸੰਥਿਆ ਵੀ ਪ੍ਰਾਪਤ ਕਰ ਰਹੇ ਨੇ। ਅੱਜ ਉਹ ਅਮਰੀਕਾ ਵਿੱਚੋਂ ਚੱਲ ਕਰਕੇ ਤੇ ਸਤਿਗੁਰੂ ਸਾਹਿਬ ਜੀ ਦੀ ਸੰਗਤ ਕਰਨ ਵਾਸਤੇ ਆਏ ਨੇ ਤੇ ਉਹਨਾਂ ਨੇ ਆਪ ਗੁਰ ਸੰਗਤਾਂ ਨੂੰ ਰੱਬੀ ਗੁਰਬਾਣੀ ਦਾ ਕੀਰਤਨ ਭਾਈ ਸਦਾ ਸੰਗ ਸਿੰਘ ਜੀ, ਭਾਈ ਜਗਤ ਗੁਰੂ ਸਿੰਘ ਜੀ, ਭਾਈ ਗੁਰਪ੍ਰਕਾਸ਼ ਸਿੰਘ ਜੀ, ਭਾਈ ਗੁਰਸਿਮਰਨ ਸਿੰਘ ਜੀ, ਉਹਨਾਂ ਨੇ ਆਪ ਜੀ ਨੂੰ ਸਰਵਣ ਕਰਵਾਇਆ ਹੈ। ਸਰਬਲੋ ਪ੍ਰਕਾਸ਼ ਗ੍ਰੰਥ ਦੇ ਵਿੱਚ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਨੇ ਸਰਗੁਣ ਸਰੂਪ ਦੀ ਗੱਲ ਕੀਤੀ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਲਿਖਿਆ, ਨਿਰਗੁਣ ਆਪ ਸਰਗੁਣ ਭਿਓਹੀ, ਕਲਾ ਧਾਰ ਜਿਨ ਸਗਲੀ ਮੋਹੀ। ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ ਨਿਰਗੁਣ ਤੇ ਸਰਗੁਣ ਸਰੂਪ ਦੀ ਵਿਆਖਿਆ ਵਿੱਚ ਦੋ ਗੁਰਬਾਣੀਆਂ ਲਿਖੀਆਂ ਨੇ। ਨਿਰਗੁਣ ਸਰੂਪ ਦੀ ਵਿਆਖਿਆ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਪਹਿਲੀ ਗੁਰਬਾਣੀ ਸ਼੍ਰੀ ਜਾਪ ਸਾਹਿਬ ਕਰਦੀ ਹੈ ਅਤੇ ਸਰਗੁਣ ਸਰੂਪ ਦੀ ਵਿਆਖਿਆ ਸਰਬਲੋ ਪ੍ਰਕਾਸ਼ ਗ੍ਰੰਥ ਦੀ ਪਹਿਲੀ ਗੁਰਬਾਣੀ, ਜਿਹਨੂੰ ਸ਼੍ਰੀ ਭਵਾਨੀ ਉਸਤਤ ਆਖਿਆ ਜਾਂਦਾ ਹੈ, ਉਹ ਕਰਦੀ ਹੈ। ਨਿਰਗੁਣ ਦਾ ਅਰਥ ਹੈ ਜਿਹਦਾ ਕੋਈ ਗੁਣ ਨਹੀਂ, ਨਾ ਕੋਈ ਵਜੂਦ ਹੈ, ਨਾ ਕੋਈ ਚੱਕਰ ਹੈ, ਨਾ ਕੋਈ ਚੇਨ ਹੈ। ਜਿਹਨੂੰ ਦਸਵੇਂ ਪਾਤਸ਼ਾਹ ਨੇ ਲਿਖਿਆ, ਚੱਕਰ ਚੇਹਨ ਅਰ ਬਰਨ ਜਾਤ ਅਰ ਪਾਤ ਨਹਿਨ ਜੇ, ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇਹ। ਉਹ ਹੈ ਨਿਰਗੁਣ ਸਰੂਪ। ਉਹੀ ਨਿਰਗੁਣ ਸਰੂਪ ਜਦੋਂ ਸੰਸਾਰ ਰੂਪ ਹੋ ਕਰਕੇ ਪ੍ਰਗਟ ਹੋਇਆ, ਉਹਨੂੰ ਕਹਿੰਦੇ ਹੈ ਸਰਗੁਣ ਸਰੂਪ। ਉਹਦਾ ਨਾਮ ਹੈ ਭਵਾਨੀ। ਭਵ ਨਾਮ ਸੰਸਾਰ ਦਾ ਏ, ਆਨੀ ਨਾਮ ਆਉਣ ਦਾ ਏ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਸੰਸਾਰ ਰਚ ਕਰਕੇ ਸੰਸਾਰ ਦੇ ਵਿੱਚ ਕਿਵੇਂ ਆਇਆ, ਜਿਹਨੂੰ ਮਹਾਰਾਜ ਨੇ ਆਸਾ ਦੀ ਵਾਰ ਵਿੱਚ ਲਿਖਿਆ ਨਾ, ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਕੋਠੜੀ ਕਹਿੰਦੇ ਆ ਹੋਮ ਨੂੰ, ਘਰ ਨੂੰ। ਉਹ ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪਹਿਲਾਂ ਘਰ ਬਣਾਇਆ, ਫਿਰ ਉਹ ਘਰ ਦੇ ਵਿੱਚ ਆ ਕੇ ਬੈਠਾ ਤੇ ਬਾਣੀ ਵਿੱਚ ਲਿਖਿਆ, ਘਟ ਘਟ ਮੈਂ ਹਰ ਜੂ ਬਸੈ, ਸੰਤਨ ਕਹਿਓ ਪੁਕਾਰ। ਸਭੈ ਘਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ। ਉਹ ਸੰਸਾਰ ਪੈਦਾ ਕਰਕੇ ਫਿਰ ਉਹਦੇ ਵਿੱਚ ਰਾਮ ਬਣ ਕੇ ਬੈਠਾ। ਤੋ ਭਵ ਮੀਨਿੰਗ ਸੰਸਾਰ, ਜੋ ਕੰਨਾ ਉਹਦੇ ਵਿੱਚ ਐੜਾ ਆ ਆਨੀ। ਉਹਨੇ ਸੰਸਾਰ ਨੂੰ ਪਹਿਲਾਂ ਲਿਆਂਦਾ, ਭਾਵ ਪ੍ਰਗਟ ਕੀਤਾ, ਫਿਰ ਸੰਸਾਰ ਦੇ ਵਿੱਚ ਆਸਣ ਲਾ ਕੇ ਬੈਠਾ। ਉਹਨੂੰ ਮਹਾਰਾਜ ਸਾਹਿਬ ਨੇ ਸ੍ਰੀ ਮਾਇਆ ਲਿਖਿਆ ਹੈ। ਜਿਵੇਂ ਮਾਨ ਵਾਲਾ ਪੁਰਖ ਹੋਵੇ ਨਾ, ਤੇ ਉਹਨੂੰ ਕਹਿ ਦਿੰਦੇ ਆ ਸ੍ਰੀਮਾਨ। ਸ੍ਰੀ ਮੀਨਿੰਗ ਵਾਲਾ। ਮਤ ਵਾਲੀ ਜਨਾਨੀ ਹੋਵੇ ਤੇ ਉਹਨੂੰ ਕਹਿੰਦੇ ਆ ਸ੍ਰੀਮਤੀ। ਜਿਹੜੀ ਇਸਤਰੀ ਨੂੰ ਮਤ ਹੋਵੇ, ਅਕਲ ਹੋਵੇ, ਬੁੱਧੀ ਹੋਵੇ, ਉਹਨੂੰ ਕਹਿੰਦੇ ਆ ਸ੍ਰੀਮਤੀ। ਇਸੇ ਤਰ੍ਹਾਂ ਮਾਇਆ ਤੇ ਸ੍ਰੀ ਮਾਇਆ ਮਤਲਬ ਮਾਇਆ ਵਾਲਾ। ਵਾਹਿਗੁਰੂ ਅਕਾਲ ਪੁਰਖ ਪਰਮੇਸ਼ਰ ਨੇ ਪਹਿਲਾਂ ਮਾਇਆ ਪ੍ਰਗਟ ਕੀਤੀ ਹੈ, ਜਿਹਨੂੰ ਗੁਰਬਾਣੀ 'ਚ ਲਿਖਿਆ, ਏਕਾ ਮਾਈ ਜੁਗਤ ਵਿਆਈ, ਤਿੰਨ ਚੇਲੇ ਪ੍ਰਵਾਨ, ਇੱਕ ਸੰਸਾਰੀ, ਇੱਕ ਭੰਡਾਰੀ, ਇੱਕ ਲਾਏ ਦੀ ਬਾਣ। ਉਹ ਵਾਹਿਗੁਰੂ ਨੇ ਪਹਿਲਾਂ ਮਾਇਆ ਪੈਦਾ ਕਰਕੇ ਫਿਰ ਮਾਇਆ ਦੇ ਨਾਲ ਵਿਆਹ ਕੀਤਾ।
ਤੇ ਉਹਦੇ ਤੋਂ ਪਰਮੇਸ਼ਰ ਨੇ ਤਿੰਨ ਪ੍ਰਗਟ ਕੀਤੇ, ਜਿਹਨੂੰ ਵਿਦਵਾਨਾਂ ਨੇ ਰਜੋ ਤਮੋ ਤੇ ਸਤੋ ਵੀ ਆਖਿਆ, ਤੇ ਬ੍ਰਹਮਾ ਵਿਸ਼ਨੂੰ ਤੇ ਮਹੇਸ਼ ਵੀ ਆਖਿਆ। ਕਿਉਂਕਿ ਰਜੋ ਦਾ ਗੁਣ ਹੁੰਦਾ ਪੈਦਾ ਕਰਨਾ, ਤੇ ਬ੍ਰਹਮਾ ਕੀ ਕਰਦਾ? ਪੈਦਾ ਕਰਦਾ। ਸਤੋ ਦਾ ਸ਼ਾਂਤ ਸੁਭਾਅ, ਸ਼ਾਂਤ ਸੁਭਾਅ ਵਾਲਾ ਬੰਦਾ ਪਾਲਣਾ ਕਰ ਸਕਦਾ। ਇਹ ਤੇ ਕ੍ਰੋਧੀ ਬੰਦਾ ਜਿਹੜਾ ਉਹ ਕਹਿੰਦਾ ਨਹੀਂ ਇਹ ਮੇਰੇ ਨਾਲ ਲੜਿਆ, ਮੈਂ ਨਹੀਂ ਇਹਨੂੰ ਦੇਣਾ। ਤਾਂ ਵਿਸ਼ਨੂੰ ਜੀ ਦਾ ਕੰਮ ਕੀ ਹੈ? ਪਾਲਣਾ ਕਰਨਾ। ਤੇ ਤਮੋ ਗੁਣ ਗੁੱਸਾ, ਜਿਹੜਾ ਗੁੱਸਾ ਕਰੇਗਾ ਉਹੀ ਮਾਰੇਗਾ ਨਾ। ਤਾਂ ਮਾਰਦਾ ਕੌਣ ਹੈ? ਸ਼ੇਵਰ। ਤਾਂ ਫਿਰ ਵਿਦਵਾਨਾਂ ਨੇ ਕਿਹਾ ਰਜੋ ਸਤੋ ਤਮੋ। ਤੇ ਪੁਰਾਣਾ ਵਿੱਚ ਕੀ ਲਿਖਿਆ ਹੈ? ਬ੍ਰਹਮਾ ਵਿਸ਼ਨ ਤੇ ਸ਼ਿਵ ਮਹੇਸ਼। ਉਹਦੇ ਤੋਂ ਪਰਮੇਸ਼ਰ ਨੇ ਸੰਸਾਰ ਦੀ ਰਚਨਾ ਕੀਤੀ ਹੈ। ਉਹਨੂੰ ਕਿਹਾ ਸ੍ਰੀ ਮਾਇਆ, ਮਾਇਆ ਸਬਲੂ ਕਰਕੇ। ਤੋ ਕਈ ਐਵੇਂ ਪਤਾ ਕੁਛ ਹੈ ਨਹੀਂ, ਇਹ ਜੀ ਸਰਬਲੋ ਗ੍ਰੰਥ ਵਿੱਚ ਮਾਇਆ ਲਿਖ ਦਿੱਤੀ ਹੈ, ਮਾਇਆ ਲਿਖ ਦਿੱਤੀ ਹੈ। ਤੋ ਮਾਇਆ ਦਾ ਕੀ ਮੀਨਿੰਗ ਹੈ? ਕਿਸ ਐਂਗਲ ਤੋਂ ਗੱਲ ਕੀਤੀ ਹੈ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੇ, ਸਾਨੂੰ ਉਹ ਸਮਝਣਾ ਪਵੇਗਾ। ਸੋ ਇਹ ਭਾਈ ਜਗਤ ਗੁਰੂ ਸਿੰਘ ਜੀ ਨੇ ਮੀਰੀ ਪੀਰੀ ਅਕੈਡਮੀ ਵਿੱਚ ਇਹ ਦਸਮ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਥਿਆ ਕਰਦੇ ਸਨ। ਤੇ ਇੱਕ ਦਿਨ ਮੇਰੇ ਮਨ ਵਿੱਚ ਖਿਆਲ ਆਇਆ, ਰੱਬੀ ਫੁਰਨਾ ਫੁਰਿਆ ਵੀ ਸਰਬਲੋ ਦੀ ਬਾਣੀ ਦਾ ਕੀਰਤਨ ਬਹੁਤ ਘੱਟ ਕਰਦੇ ਨੇ। ਤੇ ਮੈਂ ਇਹਨਾਂ ਨੂੰ ਕਿਹਾ ਜੀ ਸਰਬਲੋ ਦੀ ਬਾਣੀ ਦਾ ਕੀਰਤਨ ਕਰਿਆ ਕਰੋ, ਤੁਸੀਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਹਾਜ਼ਰੀ ਭਰਦੇ ਹੋ। ਤੇ ਇਹ ਮੈਨੂੰ ਕਹਿਣ ਲੱਗੇ ਵੀ ਸਾਨੂੰ ਦੱਸੋ ਕਿਹੜਾ ਸ਼ਬਦ ਪੜ੍ਹਿਆ ਕਰੀਏ। ਤੇ ਉਸ ਦਿਨ ਮੈਂ ਫਿਰ ਇਹ ਦੱਸਿਆ ਸੀ, ਸ਼ਾਇਦ ਤੁਸੀਂ ਵੀ ਉੱਥੇ ਸੀ, ਸ੍ਰੀ ਮਾਇਆ ਜਗਤਾਰਨੀ। ਤੇ ਨਾਲ ਇਹ ਬੰਦਿਸ਼ ਵੀ ਬੱਧੀ ਸੀ ਵੀ ਇਸ ਤਰੀਕੇ ਨਾਲ ਇਹਦਾ ਗਾਇਨ ਕਰਨਾ ਹੈ। ਤੇ ਸਭ ਤੋਂ ਪਹਿਲਾਂ ਇਹਨਾਂ ਨੇ ਇਹ ਸ਼ਬਦ ਪੜ੍ਹਿਆ ਹੈ। ਸੋ ਹੁਣ ਬੱਜਿਆ ਨਗਾਰਾ ਦੁੰਦਬੀ, ਸ੍ਰੀ ਸਰਬਲੋ ਅਵਤਾਰ ਹੈ ਸ਼ਬਦ। ਬੱਜਿਆ ਨਗਾਰਾ ਦੁੰਦਬੀ ਸ੍ਰੀ ਸਰਬਲੋ ਦਰਬਾਰ। ਕਿਉਂਕਿ ਸਰਬਲੋ ਦੇ ਦਰਬਾਰ 'ਚ ਆਏ ਆ ਨਾ ਚੱਲ ਕੇ, ਤੇ ਨਗਾਰਾ ਵੱਜੂ ਦੁੰਦਬੀ ਵੱਜੂ ਤੇ ਤਾਂ ਹੀ ਹੈ ਨਾ। ਜੇ ਨਗਾਰਾ ਦੁੰਦਬੀ ਵੱਜੀ ਨਾ ਤੇ ਫਿਰ ਮਜ਼ਾ ਨਹੀਂ। ਤੇ ਸਿੰਘ ਨੂੰ ਬੇਨਤੀ ਹੈ ਵੀ ਬਾਹਰ ਨਗਾਰਾ ਵਜਾਉਣਾ ਹੈ ਤੇ ਇੱਥੇ ਤਬਲਾ ਵੱਜਣਾ ਹੈ। ਤੇ ਇਦਾਂ ਦੋਹਰੀ ਚੋਬ ਲੱਗੇ ਨਗਾਰੇ ਦੀ, ਨਾਲ ਤਬਲਾ ਵੱਜੇ, ਨਾਲ ਹਾਰਮੋਨੀਆ ਵੱਜੇ, ਤੇ ਸਰਬਲੋ ਭਗਵਾਨ ਨੂੰ ਪਤਾ ਲੱਗ ਜੇ ਵੀ ਭਗਵਾਨ ਦੇ ਸੇਵਕ ਆਏ ਆ, ਚੱਲ ਕੇ ਸਰਬਲੋਈਏ ਆਏ ਆ। ਸਰਬਲੋ ਬੁੰਗੇ ਦੇ ਵਿੱਚ ਇਹ ਪਤਾ ਲੱਗ ਜਾਵੇ ਅਕਾਲ ਪੁਰਖ ਪਰਮੇਸ਼ਰ ਤੱਕ ਆਵਾਜ਼ ਭੇਜਣੀ ਹੈ। ਸੋ ਅਕਾਲ ਪੁਰਖ ਕੀ ਰਚਿਆ ਹਮਨੇ, ਸਰਬਲੋ ਦੀ ਰਚਿਆ ਹਮਨੇ, ਸਰਬ ਕਾਲ ਜੀ ਦੀ ਰਚਿਆ ਹਮਨੇ, ਸਰਬਲੋ ਜੀ ਦੀ ਸਦਾ ਰਚਿਆ ਹਮਨੇ। ਅਕਾਲ ਪੁਰਖ ਪਰਮੇਸ਼ਰ ਦੀ ਸਦਾ ਹੀ ਮਹਾਰਾਜ ਕਲਗੀਧਰ ਜੀ ਕਹਿੰਦੀ ਸਾਨੂੰ ਰੱਖਿਆ ਹੈ। ਸਰਬਲੋ ਭਗਵਾਨ ਦੀ ਸਦਾ ਰੱਖਿਆ ਹੈ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਜੀ ਕਹਿੰਦੇ ਸਰਬਲੋ ਅਵਤਾਰ ਦੀ ਸਾਨੂੰ ਸਦਾ ਰੱਖਿਆ ਹੈ। ਤੇ ਜਦੋਂ ਮਹਾਰਾਜ ਕਲਗੀਧਰ ਜੀ ਨੰਦੇੜ ਦੀ ਧਰਤੀ ਤੇ ਗਏ ਨੇ, ਤੇ ਪਿਆਰੇ ਦਇਆ ਸਿੰਘ ਨੇ ਪੁੱਛਿਆ ਸੀ ਮਹਾਰਾਜ ਜੋ ਸਰਬਲੋ ਭਗਵਾਨ ਨੇ ਉਹ ਕੌਣ ਹੋਏ ਨੇ ਜਿਨ੍ਹਾਂ ਦੀ ਰੱਖਿਆ ਦਾ ਜ਼ਿਕਰ ਆਪ ਜੀ ਨੇ ਅਕਾਲ ਉਸਤਤ ਦੇ ਆਦਿ ਵਿੱਚ ਕੀਤਾ ਹੈ। ਤੇ ਮਹਾਰਾਜ ਕਲਗੀਧਰ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਆਪ ਜੀ ਨੇ ਬਚਨ ਕੀਤਾ ਵੀ ਉਹ ਅਵਤਾਰ ਸੰਸਾਰ ਦੇ ਉੱਪਰ ਅਕਾਲ ਪੁਰਖ ਪਰਮੇਸ਼ਰ ਦੇ ਭੇਜੇ ਹੋਏ ਨੇ। ਤੇ ਮਹਾਰਾਜ ਨੇ ਇੱਕ ਵੱਡਾ ਗ੍ਰੰਥ ਨੰਦੇੜ ਦੀ ਧਰਤੀ ਤੇ ਤਿਆਰ ਕੀਤਾ। ਸਰਬਲੋ ਗੁਰੂ ਗ੍ਰੰਥ ਸਾਹਿਬ ਜੀ ਦਾ ਕੁਝ ਹਿੱਸਾ ਭਾਵੇਂ ਆਨੰਦਪੁਰ, ਭਾਵੇਂ ਮੁਕਤਸਰ ਸਾਹਿਬ, ਭਾਵੇਂ ਦਮਦਮਾ ਸਾਹਿਬ ਮਹਾਰਾਜ ਨੇ ਉਚਾਰਨ ਕੀਤਾ ਸੀ। ਤੇ ਸਾਡੇ ਵਿਦਿਆ ਗੁਰਦੇਵ ਗਿਆਨੀ ਹਰਦੀਪ ਸਿੰਘ ਜੀ ਸੱਚਖੰਡ ਵਾਸੀ ਮਹਾਂਪੁਰਖ, ਉਹ ਕਹਿੰਦੇ ਸੀ ਸੰਪੂਰਨਤਾ ਦਾ ਟਿੱਕਾ ਇਹਨੂੰ ਹਜੂਰ ਸਾਹਿਬ ਮਿਲਿਆ ਹੈ। ਤੇ ਮਹਾਰਾਜ ਨੇ ਸਰਬਲੋ ਗ੍ਰੰਥ ਵਿੱਚ ਵੀ ਲਿਖਿਆ ਹੈ
ਅਕਾਲ ਉਸਤਤ ਕੇ ਆਦ ਸ਼ਲੋਕ ਜੇ ਸਰਬਲੋ ਦੀ ਰਚਿਆ। ਮਹਾਕਾਲ ਅਕਾਲ ਪੁਰਖ ਜੀ ਏਕ ਜੋਤ ਸੁਭ ਦਿਸ਼ਿਆ। ਮਾਰੇ ਕਹਿੰਦੇ ਜਿਹਨੂੰ ਅਕਾਲ ਉਸਤਤ ਦੇ ਮੁੱਢ ਵਿੱਚ ਅਸਾਂ ਨੇ ਲਿਖਿਆ ਹੈ ਨਾ, ਉਹ ਹੈ, ਉਹ ਵਿਆਖਿਆ ਹੈ। ਅਕਾਲ ਉਸਤਤ ਦੀ ਵਿਆਖਿਆ ਹੀ ਸਰਬਲੋ ਪ੍ਰਕਾਸ਼ ਗ੍ਰੰਥ ਹੈ, ਭੁੱਲੇ ਨਾ ਰਿਓ। ਅਕਾਲ ਉਸਤਤ ਦੇ ਵਿੱਚ ਦੁਰਜਨ ਦਲ ਦੰਡਨ ਅਸੁਰ ਬਿਹੰਡਨ ਦੁਸ਼ਟ ਨਿਕੰਦਨ ਆਦ ਬ੍ਰਿਤੇ, ਉਹ ਗੁਰੂ ਖਾਲਸਾ ਜੀ ਸ਼ਬਦ ਆਉਂਦਾ ਹੈ ਨਾ, ਜਿਹੜਾ ਪਹਿਲਾ ਸ਼ਕਤੀ ਦਾ ਜ਼ਿਕਰ ਹੈ, ਸ਼ਕਤੀ ਦੀ ਵਿਆਖਿਆ ਹੈ, ਉਹ ਪਹਿਲਾ ਹੈ। ਤੇ ਜਦੋਂ ਸ਼ਕਤੀ ਆ ਸਮਰੱਥ ਹੋਈ ਜੰਗ ਦੇ ਮੈਦਾਨ ਵਿੱਚ, ਤੇ ਫਿਰ ਉਹਦੀ ਸਹਾਇਤਾ ਕਰਨ ਵਾਸਤੇ ਸਰਬਲੋ ਭਗਵਾਨ ਜੀ ਜਿਹੜੇ ਹਨ। ਤੇ ਜਦੋਂ ਜੰਗ ਦੇ ਮੈਦਾਨ ਨੂੰ ਚੜ੍ਹੇ ਆ ਨਾ, ਉੱਥੇ ਮਹਾਰਾਜ ਕਲਗੀਧਰ ਨੇ ਵਾਰ ਲਿਖੀ ਹੈ। ਉਹ ਵਾਰ ਕਿਹੜੀ ਹੈ? ਉਹ ਵਾਰ ਹੈ ਗਜਧਰ ਕੀ ਵਾਰ, ਮਹਾਰਾਜ ਕਲਗੀਧਰ ਨੇ ਲਿਖੀ ਹੈ। ਤੇ ਸ਼੍ਰੀ ਅਸਕੇਤ ਕੀ ਧੁਨ ਗਾਮਨੀ, ਇਹ ਮਹਾਰਾਜ ਨੇ ਧੁਨੀ ਵੀ ਦੱਸੀ ਹੈ, ਜਿਵੇਂ ਛੇਵੇਂ ਪਾਤਸ਼ਾਹ ਨੇ ਧੁਨੀਆਂ ਚੜਾਈਆਂ ਨਾ ਆਦਿ ਗੁਰੂ ਗ੍ਰੰਥ ਸਾਹਿਬ ਵਿੱਚ। ਸੋ ਬਾਜਾ ਨਗਾਰਾ ਦੁੰਦਬੀ, ਇਹ ਸ਼ਬਦ ਹੈ ਸੱਚੇ ਪਾਤਸ਼ਾਹ ਜੀ ਦਾ। ਤੋ ਸਾਰੇ ਜਾਣੇ ਇਹ ਪ੍ਰਕਾਸ਼ ਕਰ ਲਓ, ਕਿਉਂਕਿ ਨਵੀਨ ਬਾਣੀ ਹੈ।